खुदाबंद आपके साथ हो और आपके साथ भी हो। अंजील मुकद्दस संत योहन के मुताबिक ऐ खुदाबंद तेरी तमजीद हो। अध्याय 2 पद संख्या 1 से। तीसरे दिन गलील ਦੇ ਕਾਨਾ ਵਿੱਚ ਇੱਕ ਵਿਆਹ ਸੀ ਅਤੇ ਯीशु ਦੀ ਮਾਂ ਉੱਥੇ ਸੀ। ਯीशु ਨੂੰ ਵੀ ਆਪਣੇ ਚੇਲਿਆਂ ਸਣੇ ਵਿਆਹ ਵਿੱਚ ਸੱਦਿਆ ਹੋਇਆ ਸੀ। ਜਦੋਂ ਅੰਗੂਰੀ ਮੈਹ ਮੁੱਕ ਗਈ ਤਾਂ ਯीशु ਦੀ ਮਾਂ ਨੇ ਉਸ ਨੂੰ ਕਿਹਾ, ਉਹਨਾਂ ਦੇ ਕੋਲ ਅੰਗੂਰੀ ਮੈਹ ਨਹੀਂ ਹੈ। ਯीशु ਨੇ ਉਹਨਾਂ ਨੂੰ ਕਿਹਾ, ਐ ਔਰਤ, ਮੈਨੂੰ ਅਤੇ ਤੁਹਾਨੂੰ ਕੀ, ਅਜੇ ਮੇਰਾ ਵੇਲਾ ਨਹੀਂ ਆਇਆ। ਉਸ ਦੀ ਮਾਂ ਨੇ ਸੇਵਕਾਂ ਨੂੰ ਕਿਹਾ, ਜੋ ਕੁਝ ਉਹ ਤੁਹਾਨੂੰ ਕਹੇ ਸੋ ਤੁਸੀਂ ਕਰੋ। ਹੁਣ ਉੱਥੇ ਯਹੂਦੀਆਂ ਦੇ ਸ਼ੁੱਧੀਕਰਨ ਦੀ ਰੀਤ ਅਨੁਸਾਰ ਪੱਥਰ ਦੇ 6 ਮੱਟ ਪਏ ਹੋਏ ਸਨ ਅਤੇ ਹਰ ਇੱਕ ਵਿੱਚ 100-150 ਲੀਟਰ ਪਾਣੀ ਪੈ ਸਕਦਾ ਸੀ। ਯीशु ਨੇ ਉਹਨਾਂ ਨੂੰ ਕਿਹਾ, ਇਹਨਾਂ ਮੱਟਾਂ ਨੂੰ ਪਾਣੀ ਦੇ ਨਾਲ ਭਰ ਦਿਓ। ਸੇਵਕਾਂ ਨੇ ਉਹਨਾਂ ਨੂੰ ਮੂੰਹੋਂ ਮੂੰਹ ਭਰ ਦਿੱਤਾ। ਉਸਨੇ ਉਹਨਾਂ ਨੂੰ ਕਿਹਾ, ਹੁਣ ਥੋੜ੍ਹਾ ਜਿਹਾ ਕੱਢ ਕੇ ਭੋਜ ਦੇ ਪ੍ਰਧਾਨ ਕੋਲ ਲੈ ਜਾਓ। ਇਸ ਲਈ ਉਹ ਲੈ ਗਏ। ਜਦੋਂ ਭੋਜ ਦੇ ਪ੍ਰਧਾਨ ਨੇ ਹੁਣ ਅੰਗੂਰੀ ਮੈਹ ਬੜੇ ਹੋਏ ਪਾਣੀ ਨੂੰ ਚੱਖਿਆ ਤਾਂ ਉਹ ਨਹੀਂ ਜਾਣਦਾ ਸੀ ਕਿ ਇਹ ਕਿੱਥੋਂ ਆਇਆ, ਪਰ ਸੇਵਕ ਜਾਣਦੇ ਸਨ ਜਿਨ੍ਹਾਂ ਨੇ ਪਾਣੀ ਕੱਢਿਆ ਸੀ। ਤਾਂ ਭੋਜ ਦੇ ਪ੍ਰਧਾਨ ਨੇ ਲਾੜੇ ਨੂੰ ਬੁਲਾਇਆ ਅਤੇ ਉਹਨੂੰ ਕਿਹਾ, ਹਰ ਕੋਈ ਜੋ ਪਹਿਲਾਂ ਵਧੀਆ ਅੰਗੂਰੀ ਮੈਹ ਪਰੋਸਦਾ ਹੈ ਅਤੇ ਜਦੋਂ ਲੋਕਾਂ ਨੇ ਰੱਜ ਕੇ ਪੀ ਲਈ ਹੋਵੇ ਤਦ ਘਟੀਆ, ਪਰ ਹੁਣ ਤੱਕ ਵਧੀਆ ਅੰਗੂਰੀ ਮੈਹ ਰੱਖ ਛੱਡੀ ਹੈ। ਇਹ ਯीशु ਦੇ ਨਿਸ਼ਾਨਾਂ ਵਿੱਚੋਂ ਪਹਿਲਾ ਉਸਨੇ ਗਲੀਲ ਦੇ ਕਾਨਾ ਦੇ ਵਿੱਚ ਵਿਖਾਇਆ ਅਤੇ ਆਪਣੀ ਮਹਿਮਾ ਪ੍ਰਗਟ ਕੀਤੀ ਅਤੇ ਉਸਦੇ ਚੇਲਿਆਂ ਨੇ ਉਸ ਉੱਤੇ ईमान ਲਿਆਂਦਾ। ये खुदा की पाक अंजील है। ऐ मसीह तेरी सिताइश हो। अंजील मुकद्दस के वसीले से हमारी खताएं माफ़ की जाएं। प्रभु यीशु मसीह विच मेरे प्यारे भराओ भैणों ਅਤੇ ਬੱਚਿਓ, ਮਾਂ ਮਰੀਅਮ ਸਭ ਤੋਂ ਚੰਗੇ ਮਸੀਹ ਅਤੇ ਸਭ ਤੋਂ ਪਹਿਲੇ ਮਸੀਹੀ ਹਨ। ਜਦੋਂ ਪ੍ਰਭੂ ਯीशु ਮਸੀਹ ਸਲੀਬ ਦੇ ਉੱਤੇ ਮਰ ਰਹੇ ਸਨ, ਜਦੋਂ ਪ੍ਰਭੂ ਯीशु ਮਸੀਹ ਸਲੀਬ ਦੇ ਉੱਤੇ ਲਟਕ ਰਹੇ ਸਨ, ਤਾਂ ਪ੍ਰਭੂ ਯीशु ਨੇ ਆਪਣੇ ਉਸ ਚੇਲੇ ਦੇ ਵੱਲ ਇਸ਼ਾਰਾ ਕੀਤਾ ਅਤੇ ਉਸ ਚੇਲੇ ਨੂੰ ਕਿਹਾ ਕਿ ਇਹ ਹੈ ਤੇਰੀ ਮਾਂ, ਅਤੇ ਮਾਂ ਮਰੀਮ ਨੂੰ ਕਿਹਾ ਕਿ ਅੱਜ ਤੋਂ ਬਾਅਦ ਇਹ ਤੇਰਾ ਬੇਟਾ ਹੈ। ਉਸ ਦਿਨ ਤੋਂ ਲੈ ਕੇ ਮਾਂ ਮਰੀਮ ਹਰ ਇੱਕ ਵਿਸ਼ਵਾਸੀ ਦੀ ਮਾਂ ਹੈ। ਮਾਂ ਮਰੀਮ ਹਰ ਇੱਕ ਇਨਸਾਨ ਦੀ ਮਾਂ ਹੈ। ਮਾਂ ਮਰੀਮ ਜੋ ਉਸ ਦੇ ਉੱਤੇ ਵਿਸ਼ਵਾਸ ਕਰਦੇ ਹਨ ਉਹਨਾਂ ਸਾਰਿਆਂ ਦੀ ਮਾਂ ਹੈ। ਅਤੇ ਉਸ ਦਿਨ ਤੋਂ ਲੈ ਕੇ ਪ੍ਰਭੂ ਯीशु ਨੇ ਮਾਂ ਮਰੀਮ ਨੂੰ ਕਲੀਸਿਆ ਦੇ ਲਈ ਸੌਂਪ ਦਿੱਤਾ ਹੈ। ਉਸ ਸਮੇਂ ਤੋਂ ਮਾਂ ਮਰੀਮ ਦੇ ਪ੍ਰਤੀ ਸ਼ਰਧਾ ਹੈ। ਉਸ ਸਮੇਂ ਤੋਂ ਮਾਂ ਮਰੀਮ ਦੇ ਪ੍ਰਤੀ ਭਾਵਨਾ ਹੈ। ਇੱਕ ਸ਼ਰਧਾ ਅਤੇ ਭਾਵਨਾ ਉਸ ਸਮੇਂ ਤੋਂ ਮਾਂ ਮਰੀਮ ਦੇ ਪ੍ਰਤੀ ਹੈ। ਕਲੀਸਿਆ ਦੇ ਵਿੱਚ ਮਾਂ ਮਰੀਮ ਦੀ ਪੂਜਾ ਨਹੀਂ ਕੀਤੀ ਜਾਂਦੀ। ਕਲੀਸਿਆ ਦੇ ਵਿੱਚ ਮਾਂ ਮਰੀਮ ਦੀ ਆਰਾਧਨਾ ਨਹੀਂ ਕੀਤੀ ਜਾਂਦੀ। ਅਸੀਂ ਖੁਦਾ ਦੇ 10 ਹੁਕਮ ਪੜ੍ਹਦੇ ਹਾਂ। ਖੁਦਾ ਦੇ ਪਹਿਲੇ ਹੁਕਮ ਦੇ ਵਿੱਚ ਲਿਖਿਆ ਹੋਇਆ ਹੈ ਕਿ ਇੱਕੋ ਖੁਦਾ ਹੈ ਅਤੇ ਉਸ ਦੀ ਹੀ ਆਰਾਧਨਾ ਹੋਣੀ ਚਾਹੀਦੀ ਹੈ। ਅਤੇ ਅਸੀਂ ਯीशु ਤੋਂ ਬਾਅਦ ਮਾਂ ਮਰੀਮ ਦਾ ਆਦਰ ਕਰਦੇ ਹਾਂ। ਮਾਂ ਮਰੀਮ ਦੀ ਪੂਜਾ ਨਹੀਂ ਕੀਤੀ ਜਾਂਦੀ, ਮਾਂ ਮਰੀਮ ਦੀ ਆਰਾਧਨਾ ਨਹੀਂ ਕੀਤੀ ਜਾਂਦੀ, ਪਰ ਮਾਂ ਮਰੀਮ ਦਾ ਆਦਰ ਅਤੇ ਸਤਿਕਾਰ ਕੀਤਾ ਜਾਂਦਾ ਹੈ। ਇਹ ਆਦਰ ਅਤੇ ਸਤਿਕਾਰ ਕਿਸ ਤਰ੍ਹਾਂ ਕਲੀਸਿਆ ਦੇ ਵਿੱਚ ਆਇਆ? ਇਹ ਆਦਰ ਅਤੇ ਸਤਿਕਾਰ ਇਸ ਤਰ੍ਹਾਂ ਨਹੀਂ ਆਇਆ ਕਿ ਕੁਝ ਲੋਕਾਂ ਨੇ ਮਾਂ ਮਰੀਮ ਦੀ ਪ੍ਰਤੀ ਆਪਣੀ ਸ਼ਰਧਾ ਭਾਵਨੀ ਦਿਖਾਉਣੀ ਸ਼ੁਰੂ ਕੀਤੀ ਅਤੇ ਬਾਕੀ ਲੋਕਾਂ ਨੇ ਉਸ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਨਹੀਂ ਹੈ। ਇਸ ਦਾ ਇੱਕ ਆਧਾਰ ਹੈ ਕਿ ਕਲੀਸਿਆ ਦੇ ਵਿੱਚ ਮਾਂ ਮਰੀਮ ਦਾ ਆਦਰ ਅਤੇ ਮਾਂ ਮਰੀਮ ਦਾ ਸਤਿਕਾਰ ਕਿਉਂ ਕੀਤਾ ਜਾਂਦਾ ਹੈ। ਇੱਕ ਫਾਊਂਡੇਸ਼ਨ ਹੈ, ਇੱਕ ਆਧਾਰ ਹੈ
ਅਤੇ ਉਹ ਆਧਾਰ ਹੈ ਖੁਦਾ ਦਾ ਪਾਕ ਕਲਾਮ। ਅੱਜ ਅਸੀਂ ਖੁਦਾ ਦੇ ਪਾਕ ਕਲਾਮ ਦੇ ਵਿੱਚੋਂ ਕੁਝ ਗੱਲਾਂ ਦੇ ਉੱਤੇ ਮਨਨ ਚਿੰਤਨ ਕਰਾਂਗੇ ਕਿ ਕਿਉਂ ਕਲੀਸਿਆ ਦੇ ਵਿੱਚ ਮਾਂ ਮਰੀਅਮ ਦਾ ਆਦਰ ਕੀਤਾ ਜਾਂਦਾ ਹੈ ਅਤੇ ਮਾਂ ਮਰੀਅਮ ਦਾ ਸਤਿਕਾਰ ਕੀਤਾ ਜਾਂਦਾ ਹੈ। ਅਸੀਂ ਸੰਤ ਲੂਕਾ ਦੀ ਅੰਜੀਲ ਉਹਦੇ 1 ਬਾਬ ਦੀ 28 ਆਇਤ ਦੇ ਵਿੱਚ ਪੜ੍ਹਦੇ ਹਾਂ, ਜਿੱਥੇ ਫਰਿਸ਼ਤਾ ਮਾਂ ਮਰੀਅਮ ਦੇ ਕੋਲ ਆਉਂਦਾ ਹੈ। ਫਰਿਸ਼ਤਾ ਜਦੋਂ ਮਾਂ ਮਰੀਅਮ ਦੇ ਕੋਲ ਆਉਂਦਾ ਹੈ ਤਾਂ ਫਰਿਸ਼ਤੇ ਨੇ ਮਾਂ ਮਰੀਅਮ ਨੂੰ ਕਿਹਾ, ਸਲਾਮ ਐ ਮਰੀਅਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ। ਸਲਾਮ ਐ ਮਰੀਅਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ। ਸਾਡੀ ਸੰਸਕ੍ਰਿਤੀ ਦੇ ਵਿੱਚ ਜੇਕਰ ਅਸੀਂ ਦੇਖੀਏ, ਵੱਡਾ ਛੋਟੇ ਨੂੰ ਸਲਾਮ ਕਰਦਾ ਹੈ ਜਾਂ ਛੋਟਾ ਵੱਡੇ ਨੂੰ ਸਲਾਮ ਕਰਦਾ ਹੈ? ਛੋਟਾ ਜੋ ਹੈ ਉਹ ਵੱਡੇ ਨੂੰ ਸਲਾਮ ਕਰਦਾ ਹੈ। ਅਸੀਂ ਭਜਨ ਦੀ ਕਿਤਾਬ ਉਹਦੇ 8 ਬਾਬ ਦੀ 4 ਆਇਤ ਤੋਂ ਲੈ ਕੇ 6 ਆਇਤ ਦੇ ਵਿੱਚ ਪੜ੍ਹਦੇ ਹਾਂ ਕਿ ਖੁਦਾ ਨੇ ਮਨੁੱਖ ਨੂੰ ਸਵਰਗਦੂਤਾਂ ਤੋਂ ਕੁਝ ਹੀ ਛੋਟਾ ਬਣਾਇਆ। ਕੀ ਲਿਖਿਆ ਹੈ ਕਿ ਖੁਦਾ ਨੇ ਮਨੁੱਖ ਨੂੰ ਸਵਰਗਦੂਤਾਂ ਤੋਂ ਕੁਝ ਹੀ ਛੋਟਾ ਬਣਾਇਆ। ਤੇ ਵੱਡਾ ਕੌਣ ਹੋਇਆ? ਸਵਰਗਦੂਤ ਵੱਡਾ ਹੋਇਆ ਜਾਂ ਇਨਸਾਨ ਵੱਡਾ ਹੋਇਆ? ਸਵਰਗਦੂਤ। ਸਵਰਗਦੂਤ ਵੱਡਾ ਹੋਇਆ। ਪੂਰੀ ਬਾਈਬਲ ਦੇ ਵਿੱਚ, ਸਮੁੱਚੀ ਬਾਈਬਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੋਈ ਵੀ ਇਸ ਤਰ੍ਹਾਂ ਦਾ ਸਵਰਗਦੂਤ ਨਹੀਂ ਹੈ ਜਿਸ ਨੇ ਆ ਕਰ ਕਿਸੇ ਵੀ ਇਨਸਾਨ ਨੂੰ ਆ ਕੇ ਸਲਾਮ ਕਿਹਾ ਹੋਵੇ। ਬਾਈਬਲ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਕੇਵਲ ਮਾਂ ਮਰੀਅਮ ਜੋ ਹੈ, ਜੋ ਖੁਦਾ ਦੇ ਵੱਲੋਂ ਚੁਣੀ ਗਈ ਹੈ, ਉਸ ਨੂੰ ਸਵਰਗਦੂਤ ਆਉਂਦਾ ਹੈ, ਫਰਿਸ਼ਤਾ ਆਉਂਦਾ ਹੈ ਅਤੇ ਉਸ ਨੂੰ ਸਲਾਮ ਕਹਿੰਦਾ ਹੈ। ਮਸੀਹ ਵਿੱਚ ਪਿਆਰਿਓ, ਇਹ ਸਲਾਮ ਹੈ ਮਰੀਅਮ ਦੀ ਪ੍ਰਾਰਥਨਾ ਜੋ ਇਹ ਸਾਡੀ ਪ੍ਰਾਰਥਨਾ ਨਹੀਂ ਆ, ਇਹ ਸਾਡੀ ਪ੍ਰਾਰਥਨਾ ਨਹੀਂ ਹੈ, ਇਹ ਸਵਰਗਦੂਤ ਦੀ ਪ੍ਰਾਰਥਨਾ ਹੈ ਅਤੇ ਇਹ ਪ੍ਰਾਰਥਨਾ ਸਾਨੂੰ ਬਾਈਬਲ ਦੇ ਵਿੱਚੋਂ ਹੀ ਮਿਲਦੀ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅਸੀਂ ਸੰਤ ਮਰਕੁਸ ਦੀ ਅੰਜੀਲ ਉਹਦੇ 3 ਬਾਬ ਦੀ 33 ਆਇਤ ਦੇ ਵਿੱਚ ਪੜ੍ਹਦੇ ਹਾਂ। ਇਹ ਲਿਖਿਆ ਹੈ ਕਿ ਪ੍ਰਭੂ ਯਿਸੂ ਲੋਕਾਂ ਨੂੰ ਵਚਨ ਸੁਣਾ ਰਹੇ ਸਨ ਅਤੇ ਉੱਥੇ ਕੁਝ ਲੋਕ ਆ ਕੇ ਪ੍ਰਭੂ ਯਿਸੂ ਨੂੰ ਕਹਿੰਦੇ ਹਨ ਕਿ ਪ੍ਰਭੂ ਜੀ, ਤੁਹਾਡੇ ਭੈਣ ਭਰਾ, ਤੁਹਾਡੀ ਮਾਤਾ ਬਾਹਰ ਖੜੇ ਹਨ ਅਤੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ। ਪਰ ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, ਉਹਨਾਂ ਨੂੰ ਪੁੱਛਿਆ, ਕੌਣ ਹੈ ਮੇਰੇ ਭੈਣ ਭਰਾ ਤੇ ਕੌਣ ਹੈ ਮੇਰੀ ਮਾਤਾ? ਮੇਰੀ ਭੈਣ ਭਰਾ, ਮੇਰੇ ਮਾਤਾ ਉਹੀ ਹਨ ਜੋ ਖੁਦਾ ਦੇ ਵਚਨ ਨੂੰ ਸੁਣਦੇ ਅਤੇ ਉਸ ਦੇ ਵਚਨ ਦੇ ਉੱਤੇ ਵਿਸ਼ਵਾਸ ਕਰਦੇ ਹਨ। ਕੁਝ ਭੈਣ ਭਰਾ ਇਸ ਗੱਲ ਦਾ ਗਲਤ ਮਤਲਬ ਕੱਢਦੇ ਹਨ ਕਿ ਦੇਖੋ, ਜਦੋਂ ਪ੍ਰਭੂ ਯਿਸੂ ਮਸੀਹ ਦੀ ਮਾਂ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਂਦੀ ਹੈ ਤਾਂ ਉਹਨਾਂ ਨੇ ਮਾਂ ਮਰੀਅਮ ਦਾ ਤਿਰਸਕਾਰ ਕੀਤਾ। ਇੱਕ ਤਿਰਸਕਾਰ ਨਹੀਂ ਸੀ, ਬਲਕਿ ਪ੍ਰਭੂ ਯਿਸੂ ਆਪਣੀ ਮਾਂ ਮਰੀਅਮ ਦਾ ਆਦਰ ਕਰਦੇ ਹਨ। ਪ੍ਰਭੂ ਯਿਸੂ ਆਪਣੀ ਮਾਂ ਦਾ ਆਦਰ ਕਰਦੇ ਹਨ ਅਤੇ ਇਹ ਕਹਿੰਦੇ ਹਨ ਕਿ ਮਰੀਅਮ ਮੇਰੀ ਮਾਂ ਇਸ ਲਈ ਨਹੀਂ ਹੈ ਕਿ ਉਸਨੇ ਮੈਨੂੰ ਜਨਮ ਦਿੱਤਾ ਹੈ। ਮਰੀਅਮ ਮੇਰੀ ਮਾਂ ਇਸ ਲਈ ਨਹੀਂ ਹੈ ਕਿ ਉਸਨੇ ਮੈਨੂੰ ਜਨਮ ਦਿੱਤਾ ਹੈ, ਪਰ ਉਹ ਮੇਰੀ ਮਾਂ ਇਸ ਲਈ ਹੈ ਕਿਉਂਕਿ ਉਸਨੇ ਖੁਦਾ ਦੇ ਵਚਨ ਨੂੰ ਸੁਣਿਆ, ਦਿਲ ਵਿੱਚ ਰੱਖਿਆ ਅਤੇ ਬਾਹਰ ਲਿਆਂਦਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਮਸੀਹ ਵਿੱਚ ਪਿਆਰਿਓ, ਅੱਜ ਅਸੀਂ ਖੁਦਾ ਦਾ ਵਚਨ ਪੜ੍ਹਿਆ, ਅਸੀਂ ਖੁਦਾ ਦੇ ਵਚਨ ਦੇ ਵਿੱਚ ਸੁਣਿਆ ਕਿ ਪ੍ਰਭੂ ਯਿਸੂ ਕਾਨਾ ਪਿੰਡ ਦੇ ਵਿੱਚ ਜਾਂਦੇ ਹਨ ਅਤੇ ਜਦੋਂ ਪ੍ਰਭੂ ਯਿਸੂ ਕਾਨਾ ਪਿੰਡ ਦੇ ਵਿੱਚ ਜਾਂਦੇ ਹਨ ਤੇ ਉੱਥੇ ਪ੍ਰਭੂ ਯਿਸੂ ਦੀ ਮਾਂ ਅਤੇ ਪ੍ਰਭੂ ਯਿਸੂ ਮਸੀਹ ਦੇ ਚੇਲੇ ਵੀ ਬੁਲਾਏ ਗਏ ਸਨ ਅਤੇ ਮਾਂ ਮਰੀਅਮ ਜਦੋਂ ਉਸ ਵਿਆਹ ਦੇ ਵਿੱਚ ਹਾਜ਼ਰ ਹੋਈ ਤਾਂ ਮਾਂ ਮਰੀਅਮ ਉਹਨਾਂ ਦੀਆਂ ਜ਼ਰੂਰਤਾਂ ਨੂੰ ਦੇਖਦੀ ਸੀ ਅਤੇ ਉਹਨੇ ਦੇਖਿਆ ਕਿ ਉਸ ਘਰ ਦੇ ਵਿੱਚ ਵਿਆਹ ਦੇ ਸਮੇਂ ਮੈਂ ਖਤਮ ਹੋ ਗਈ ਹੈ ਅਤੇ ਮਾਂ ਮਰੀਅਮ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਂਦੀ, ਆਪਣੇ ਬੇਟੇ ਦੇ ਕੋਲ ਆਉਂਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਕਿ ਬੇਟਾ ਦੇਖੋ, ਇਹਨਾਂ ਦੇ ਪਰਿਵਾਰ ਦੇ ਵਿੱਚ ਅੱਜ ਮੈਂ ਜੋ ਹੈ ਉਹ ਘਟ ਗਈ ਹੈ। ਇਹਨਾਂ ਦੇ ਲਈ ਇੱਕ ਬਹੁਤ ਵੱਡੀ ਬੇਇੱਜ਼ਤੀ ਦੀ ਗੱਲ ਹੈ ਅਤੇ ਆਪਣਾ ਤੁਸੀਂ ਇੱਥੇ ਪਹਿਲਾ ਚਮਤਕਾਰ ਦਿਖਾਓ। ਅਤੇ ਪ੍ਰਭੂ ਯਿਸੂ ਕਹਿੰਦੇ ਹਨ ਕਿ ਇਹ ਔਰਤ ਤੈਨੂੰ ਇਸ ਦੇ ਨਾਲ ਕੀ ਅਤੇ ਮੈਨੂੰ ਇਸ ਦੇ ਨਾਲ ਕੀ। ਕੁਝ ਭੈਣ ਭਰਾ ਇਸ ਦਾ ਗਲਤ ਮਤਲਬ ਕੱਢਦੇ ਹਨ ਕਿ ਦੇਖੋ, ਪ੍ਰਭੂ ਯਿਸੂ ਨੇ ਆਪਣੀ ਮਾਂ ਮਰੀਅਮ ਨੂੰ ਮਾਂ ਨਹੀਂ ਕਿਹਾ ਬਲਕਿ ਔਰਤ ਕਿਹਾ। ਜੇਕਰ ਅਸੀਂ ਇਸ ਸ਼ਬਦ ਨੂੰ ਸਮਝਣਾ ਚਾਹੁੰਦੇ ਹਾਂ
ਤਾਂ ਸਾਨੂੰ ਸੰਤ ਯੂਹੰਨਾ ਦੀ ਅੰਜੀਲ ਦੇ ਵਿੱਚ ਗਹਿਰਾਈ ਦੇ ਵਿੱਚ ਜਾਣਾ ਪਵੇਗਾ। ਇਸ ਸ਼ਬਦ ਦਾ ਮਤਲਬ ਕੀ ਹੈ? ਕਿਉਂ ਸੰਤ ਯੂਹੰਨਾ ਨੇ ਸ਼ਬਦ ਦਾ ਇਸਤੇਮਾਲ ਕੀਤਾ? ਪੁਰਾਣੇ ਨੇਮ ਦੇ ਵਿੱਚ, ਉਤਪਤੀ ਦੇ ਗ੍ਰੰਥ ਦੇ ਵਿੱਚ ਇੱਕ ਔਰਤ ਹੈ ਜਿਸ ਦਾ ਨਾਮ ਹਵਾ ਹੈ, ਅਤੇ ਨਵੇਂ ਨੇਮ ਦੇ ਵਿੱਚ ਇੱਕ ਔਰਤ ਹੈ ਜਿਸ ਦਾ ਨਾਮ ਹੈ ਮਰੀਅਮ। ਪੁਰਾਣੇ ਨੇਮ ਦੇ ਵਿੱਚ ਖੁਦਾ ਨੇ ਹਵਾ ਨੂੰ ਕਿਹਾ, ਆਦਮ ਨੂੰ ਕਿਹਾ ਕਿ ਤੁਸੀਂ ਹਰ ਇੱਕ ਪੇੜ ਦਾ ਫਲ ਖਾ ਸਕਦੇ ਹੋ, ਪਰ ਇਸ ਬਾਗ ਦੇ ਵਿੱਚੋਂ ਵਿੱਚ ਜੋ ਪੇੜ ਹੈ ਉਸ ਦਾ ਫਲ ਤੁਸੀਂ ਕਦੇ ਨਹੀਂ ਖਾਣਾ। ਹਵਾ ਅਤੇ ਆਦਮ ਦੋਨੋਂ ਸ਼ੈਤਾਨ ਦੇ ਬਹਿਕਾਵੇ ਦੇ ਵਿੱਚ ਆ ਜਾਂਦੇ ਹਨ। ਜਦੋਂ ਬਹਿਕਾਵੇ ਦੇ ਵਿੱਚ ਆ ਗਏ ਤੇ ਉਹਨਾਂ ਨੇ ਖੁਦਾ ਦੇ ਹੁਕਮ ਨੂੰ ਤੋੜਿਆ ਅਤੇ ਉਹਨਾਂ ਨੇ ਉਹ ਜਦੋਂ ਫਲ ਖਾ ਲਿਆ ਤੇ ਪਵਿੱਤਰ ਕਲਾਮ ਸਾਨੂੰ ਦੱਸਦਾ ਹੈ ਕਿ ਉਹਨਾਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਉਹਨਾਂ ਨੇ ਦੇਖਿਆ ਕਿ ਉਹ ਨੰਗੇ ਹਨ ਅਤੇ ਖੁਦਾ ਜਦੋਂ ਬਾਗ ਦੇ ਵਿੱਚ ਆਉਂਦਾ ਹੈ ਉਸਨੇ ਉਹਨਾਂ ਨੂੰ ਉੱਚੀ ਆਵਾਜ਼ ਦੇ ਨਾਲ ਪੁਕਾਰ ਕੇ ਕਿਹਾ ਕਿ ਹੇ ਆਦਮ ਅਤੇ ਹਵਾ, ਤੁਸੀਂ ਕਿੱਥੇ ਹੋ? ਉਹ ਡਰਦੇ ਰਹੇ ਅਤੇ ਉਹਨਾਂ ਨੇ ਆਪਣੇ ਆਪ ਨੂੰ ਲੁਕਾਉਣਾ ਸ਼ੁਰੂ ਕਰ ਦਿੱਤਾ। ਕਿਉਂ? ਕਿਉਂਕਿ ਉਹ ਨੰਗੇ ਸਨ। ਨਵੇਂ ਨੇਮ ਦੇ ਵਿੱਚ ਇੱਕ ਔਰਤ ਹੈ ਜਿਸ ਦਾ ਨਾਮ ਹੈ ਮਰੀਅਮ। ਜਦੋਂ ਫਰਿਸ਼ਤਾ ਮਾਂ ਮਰੀਅਮ ਦੇ ਕੋਲ ਆਉਂਦਾ ਹੈ ਤਾਂ ਮਾਂ ਮਰੀਅਮ ਨੂੰ ਆ ਕੇ ਕਹਿੰਦਾ ਹੈ, ਸਲਾਮ ਐ ਮਰੀਅਮ, ਫਜ਼ਲ ਨਾਲ ਭਰੀ ਹੋਈ। ਅਤੇ ਮਾਂ ਮਰੀਅਮ ਇਹਨਾਂ ਸ਼ਬਦਾਂ ਨੂੰ ਸੁਣ ਕੇ ਡਰ ਜਾਂਦੀ ਹੈ, ਘਬਰਾ ਜਾਂਦੀ ਹੈ ਤੇ ਮਨ ਹੀ ਮਨ ਸੋਚਦੀ ਹੈ ਕਿ ਇਹ ਕਿਸ ਤਰ੍ਹਾਂ ਦਾ ਸਲਾਮ ਹੈ। ਤਦ ਫਰਿਸ਼ਤੇ ਨੇ ਕਿਹਾ ਕਿ ਮਾਂ ਮਰੀਅਮ, ਤੁਸੀਂ ਡਰੋ ਨਹੀਂ, ਖੁਦਾ ਦਾ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਅਤੇ ਤੁਸੀਂ ਗਰਭਵਤੀ ਹੋਵੋਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੋਗੀ। ਮਾਂ ਮਰੀਅਮ ਕਹਿੰਦੇ ਹਨ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਮੈਂ ਤੇ ਅਜੇ ਕੁਆਰੀ ਹਾਂ। ਫਰਿਸ਼ਤੇ ਨੇ ਕਿਹਾ ਕਿ ਖੁਦਾ ਦਾ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ, ਤੁਸੀਂ ਗਰਭਵਤੀ ਹੋਵੋਗੀ। ਅਤੇ ਮਾਂ ਮਰੀਅਮ ਨੇ ਖੁਦਾ ਦੇ ਇਸ ਹੁਕਮ ਨੂੰ ਮੰਨ ਲਿਆ। ਪੁਰਾਣੇ ਨੇਮ ਦੇ ਵਿੱਚ ਇੱਕ ਔਰਤ ਹੈ ਜਿਸ ਦਾ ਨਾਮ ਹੈ ਹਵਾ। ਉਸਨੇ ਖੁਦਾ ਦੇ ਹੁਕਮ ਨੂੰ ਤੋੜਿਆ। ਇਸ ਸੰਸਾਰ ਦੇ ਵਿੱਚ ਮੌਤ ਆਈ, ਇਸ ਸੰਸਾਰ ਦੇ ਵਿੱਚ ਪਾਪ ਆਇਆ। ਪਰ ਨਵੇਂ ਨੇਮ ਦੇ ਵਿੱਚ ਇੱਕ ਔਰਤ ਹੈ ਜਿਸ ਦਾ ਨਾਮ ਮਾਂ ਮਰੀਅਮ ਹੈ, ਜਿਸ ਨੂੰ ਅਸੀਂ ਮਾਂ ਮਰੀਅਮ ਕਹਿੰਦੇ ਹਾਂ। ਉਸਨੇ ਖੁਦਾ ਦੇ ਹੁਕਮ ਨੂੰ ਮੰਨਿਆ ਅਤੇ ਪ੍ਰਭੂ ਯਿਸੂ ਨੂੰ ਇਸ ਸੰਸਾਰ ਦੇ ਵਿੱਚ ਲਿਆਂਦਾ, ਸਾਡੇ ਲਈ ਇੱਕ ਨਵੀਂ ਜ਼ਿੰਦਗੀ ਅਤੇ ਨਵਾਂ ਜੀਵਨ ਦਿੱਤਾ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅਸੀਂ ਸੰਤ ਯੂਹੰਨਾ ਦੀ ਅੰਜੀਲ ਉਹਦੇ 1 ਬਾਬ ਦੀ 14 ਆਇਤ ਦੇ ਵਿੱਚ ਪੜ੍ਹਦੇ ਹਾਂ, ਜਿੱਥੇ ਲਿਖਿਆ ਹੈ ਕਿ ਆਦਿ ਵਿੱਚ ਸ਼ਬਦ ਸੀ ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿੱਚ ਡੇਰਾ ਲਾਇਆ। ਸ਼ਬਦ ਕੌਣ ਹੈ? ਸ਼ਬਦ ਪ੍ਰਭੂ ਯਿਸੂ ਹੈ। ਸ਼ਬਦ ਪ੍ਰਭੂ ਖੁਦਾ ਹੈ। ਸ਼ਬਦ ਪ੍ਰਭੂ ਯਿਸੂ ਹੈ ਅਤੇ ਉਸਨੇ ਦੇਹ ਧਾਰਨ ਕਿੱਥੇ ਕੀਤਾ? ਅਸਮਾਨ ਦੇ ਉੱਤੇ ਨਹੀਂ, ਉਸਨੇ ਦੇਹ ਧਾਰਨ ਕੀਤਾ ਮਾਂ ਮਰੀਅਮ ਦੇ ਗਰਭ ਦੇ ਅੰਦਰ, ਮਾਂ ਮਰੀਅਮ ਦੇ ਪੇਟ ਦੇ ਅੰਦਰ। ਅਤੇ ਸਵਰਗਦੂਤ ਨੇ ਮਾਂ ਮਰੀਅਮ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਇੱਕ ਟੈਸਟ ਟਿਊਬ ਬੇਬੀ ਨੂੰ ਜਨਮ ਦੇਵੋਗੇ, ਬਲਕਿ ਸਵਰਗਦੂਤ ਨੇ ਕਿਹਾ ਕਿ ਤੁਸੀਂ ਇੱਕ ਪੁੱਤਰ ਨੂੰ ਜਨਮ ਦੇਵੋਗੇ, ਤੁਸੀਂ ਇੱਕ ਬੇਟੇ ਨੂੰ ਜਨਮ ਦੇਵੋਗੇ। ਅਤੇ ਮਾਂ ਮਰੀਅਮ ਨੇ ਉਸੇ ਤਰ੍ਹਾਂ ਹੀ ਪ੍ਰਭੂ ਯਿਸੂ ਨੂੰ ਜਨਮ ਦਿੱਤਾ, ਜਿਸ ਤਰ੍ਹਾਂ ਹਰ ਇੱਕ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਮਾਂ ਮਰੀਅਮ ਅਤੇ ਪ੍ਰਭੂ ਯਿਸੂ ਨੂੰ ਕੋਈ ਅਲੱਗ ਨਹੀਂ ਕਰ ਸਕਦਾ। ਮਾਂ ਮਰੀਅਮ, ਪ੍ਰਭੂ ਯਿਸੂ ਜੋ ਹੈ ਉਹ ਮਾਂ ਮਰੀਅਮ ਦੇ ਮਾਂਸ ਦਾ ਮਾਂਸ ਹੈ, ਉਹ ਮਾਂ ਮਰੀਅਮ ਦੇ ਲਹੂ ਦਾ ਲਹੂ ਹੈ। ਇਸ ਲਈ ਕਦੇ ਵੀ ਅਸੀਂ ਮਾਂ ਮਰੀਅਮ ਅਤੇ ਪ੍ਰਭੂ ਯਿਸੂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਨਾ ਕਰੀਏ। ਪ੍ਰਭੂ ਯਿਸੂ ਜਿੱਥੇ ਹੈ ਉੱਥੇ ਮਾਂ ਮਰੀਅਮ ਹੈ, ਅਤੇ ਜਿੱਥੇ ਮਾਂ ਮਰੀਅਮ ਹੈ ਉੱਥੇ ਪ੍ਰਭੂ ਯਿਸੂ ਵੀ ਹੋਵੇਗਾ। ਅੱਜ ਅਸੀਂ ਇਹਨਾਂ ਵਚਨਾਂ ਦੇ ਉੱਤੇ ਮਨਨ ਚਿੰਤਨ ਕਰੀਏ ਕਿ ਇਹ ਵਚਨ ਸਾਨੂੰ ਕੀ ਸਿਖਾਉਂਦੇ ਹਨ। ਇਹ ਵਚਨ ਸਾਨੂੰ ਮਾਂ ਮਰੀਅਮ ਦੇ ਬਾਰੇ ਕੀ ਸਿੱਖਿਆ ਦਿੰਦੇ ਹਨ ਕਿ ਮਾਂ ਮਰੀਅਮ ਦਾ ਕਲੀਸਿਆ ਦੇ ਵਿੱਚ ਕੀ ਜਗ੍ਹਾ ਹੈ, ਕਿ ਮਾਂ ਮਰੀਅਮ ਦੀ ਆਰਾਧਨਾ ਨਹੀਂ ਕੀਤੀ ਜਾਂਦੀ। ਮਾਂ ਮਰੀਅਮ ਦਾ ਕਲੀਸਿਆ ਦੇ ਵਿੱਚ ਆਦਰ ਕੀਤਾ ਜਾਂਦਾ ਹੈ ਅਤੇ ਸਤਿਕਾਰ ਕੀਤਾ ਜਾਂਦਾ ਹੈ। ਮਸੀਹ ਵਿੱਚ ਪਿਆਰਿਓ, ਮਾਂ ਮਰੀਅਮ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਦੁੱਖਾਂ ਨੂੰ ਸਮਝਦੀ ਹੈ। ਜਿਸ ਤਰ੍ਹਾਂ ਉਹ ਕਾਨਾ ਗਲੀਲ ਦੇ ਵਿੱਚ ਗਈ ਅਤੇ ਉਸ ਘਰ ਦੀਆਂ ਹਰ ਇੱਕ ਜ਼ਰੂਰਤਾਂ ਨੂੰ ਉਸਨੇ ਸਮਝਿਆ, ਉਸਨੇ ਵੇਖਿਆ, ਉਸੇ ਤਰ੍ਹਾਂ ਅਸੀਂ ਵੀ ਆਪਣੀਆਂ ਸਾਰੀਆਂ ਜ਼ਰੂਰਤਾਂ ਨੂੰ ਪ੍ਰਭੂ ਯਿਸੂ ਦੇ ਅੱਗੇ ਰੱਖ ਦਈਏ ਅਤੇ ਮਾਂ ਮਰੀਅਮ ਆਪਣੇ ਬੇਟੇ ਦੇ ਅੱਗੇ ਸਿਫਾਰਿਸ਼ ਕਰੇਗੀ। ਅੱਜ ਅਸੀਂ ਆਪਣੇ ਪਰਿਵਾਰ ਦੀਆਂ ਸਾਰੀਆਂ ਜ਼ਰੂਰਤਾਂ ਨੂੰ
ਸਾਡੇ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹੋ ਸਕਦੀਆਂ ਹਨ, ਸਾਡੇ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਘਟੀਆਂ ਹੋ ਸਕਦੀਆਂ ਹਨ। ਅੱਜ ਅਸੀਂ ਉਹਨਾਂ ਸਾਰੀਆਂ ਜ਼ਰੂਰਤਾਂ ਨੂੰ ਪ੍ਰਭੂ ਦੇ ਅੱਗੇ ਚੜਾ ਦਈਏ ਅਤੇ ਮਾਂ ਮਰੀਮ ਦੇ ਅੱਗੇ, ਮਾਂ ਮਰੀਮ ਸਾਡੇ ਲਈ ਆਪਣੇ ਬੇਟੇ ਪ੍ਰਭੂ ਯਿਸੂ ਦੇ ਅੱਗੇ ਸਿਫਾਰਿਸ਼ ਕਰੇ ਤਾਂ ਜੋ प्रभु साड़ियाँ सारियाँ प्रार्थनावां नूं सुने अते कबूल करे। बाप और बेटे और रूहुल कुदुस के नाम में आमीन।